ਪਿਆਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਬਹੁਤ ਬਹੁਤ ਸਵਾਗਤ ਦੋਸਤੋ। ਅੱਜ ਅਸੀਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਕਰੋਨਾ ਮਹਾਮਾਰੀ ਜਿਹੜੀ ਇਸ ਨੇ ਬਹੁਤ ਭਿਅੰਕਰ ਰੂਪ ਜਿਹੜਾ ਧਾਰਨ ਕੀਤਾ। ਭਾਰਤ ਇਸ ਦੀ ਬਹੁਤ ਭਿਅੰਕਰ ਰੂਪ ਦੇ ਵਿੱਚ ਇਸ ਦਾ ਸ਼ਿਕਾਰ ਹੋ ਰਿਹਾ। ਸੋ ਅੱਜ ਗੱਲ ਕਰੀਏ ਪੂਰੇ ਭਾਰਤ ਦੇ ਵਿੱਚ ਜਿਹੜੀ ਫਿਗਰ ਟ੍ਰਿਗਰ ਹੋ ਰਹੀ, ਬਹੁਤ ਤੇਜ਼ੀ ਦੇ ਨਾਲ ਅੰਕੜੇ ਜਿਹੜੇ ਵੱਧਦੇ ਪਏ ਔਰ ਲੋਕ ਜਿਹੜੇ ਆ ਕਰੋਨਾ ਦਾ ਸ਼ਿਕਾਰ ਹੋ ਰਹੇ। ਸੋ ਕਿਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ, ਪ੍ਰਸ਼ਾਸਨ ਨੇ ਕੀ ਤਿਆਰੀਆਂ ਕੀਤੀਆਂ, ਸੋ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਔਰ ਬਹੁਤ ਹੀ ਖਾਸ ਮਾਹਿਰ ਮਹਿਮਾਨ ਜਿਹੜੇ ਮੇਰੇ ਨਾਲ ਨੇ, ਸਭ ਤੋਂ ਪਹਿਲਾਂ ਉਹਨਾਂ ਨਾਲ ਤਾਰੁਫ। ਮੇਰੇ ਨਾਲ ਬੈਠੇ ਨੇ ਸਰਦਾਰ ਹਰਚਰਨ ਸਿੰਘ ਜੀ, ਜੋ ਕਿ ਜੁਆਇੰਟ ਕਮਿਸ਼ਨਰ ਨੇ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਨਾਲ ਬੈਠੇ ਨੇ ਡਾਕਟਰ ਕਮਲਜੀਤ ਸਿੰਘ ਜੀ, ਜੋ ਕਿ ਗ੍ਰੀਨ ਪਲੈਨਟ ਦੇ ਫਾਊਂਡਰ ਔਰ ਇਸ ਵੇਲੇ ਜਿਹੜੇ ਚੇਅਰਮੈਨ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਕਿ ਇਸ ਵੇਲੇ ਦੂਸਰੀ ਲਹਿਰ ਅਸੀਂ ਕਹਿੰਦੇ ਕਿ ਕਰੋਨਾ ਦੀ ਜਿਹੜੀ ਚੱਲ ਰਹੀ, ਔਰ ਭਾਰਤ ਇਸ ਬਹੁਤ ਬੁਰੀ ਤਰ੍ਹਾਂ ਦੇ ਨਾਲ ਜਕੜ ਦੇ ਵਿੱਚ ਆਇਆ ਹੋਇਆ। ਕੀ ਕਾਰਨ ਮਹਿਸੂਸ ਕਰਦੇ ਹੋ ਤੁਸੀਂ ਕਿ ਇੰਨੀ ਤੇਜ਼ੀ ਦੇ ਨਾਲ ਇਹ ਜਿਹੜੀ ਸਪਰੈਡਿੰਗ ਜਿਹੜੀ ਹੋ ਰਹੀ? ਸੰਜੀਵ ਜੀ, ਕੋਵਿਡ-19 ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਪੈਂਡੈਮਿਕ ਹੈ, ਪੈਂਡੈਮਿਕ ਤੋਂ ਭਾਵ ਪੂਰੀ ਦੁਨੀਆ ਦੇ ਵਿੱਚ ਇਹਦਾ ਪਸਾਰਾ ਹੈ। ਜਿਸ ਤਰ੍ਹਾਂ ਬਾਕੀ ਕੰਟਰੀਆਂ ਦੇ ਉੱਤੇ ਦਾ ਇਫੈਕਟ ਹੋਇਆ, ਇੰਡੀਆ ਦੇ ਉੱਪਰ ਇਹਦਾ ਇਫੈਕਟ ਹੋਣਾ ਵੀ ਸੁਭਾਵਿਕ ਸੀਗਾ। ਸੋ ਫਸਟ ਲਹਿਰ ਜਿਹੜੀ ਹੈ ਇਹ ਭਾਰਤ ਦੇ ਵਿੱਚ ਸ਼ੁਰੂ ਜਦੋਂ ਹੋਣੀ ਸੀਗੀ, ਆਪਾਂ ਨੂੰ ਯਾਦ ਹੋਏਗਾ ਕਿ ਪਿਛਲੇ ਸਾਲ ਮਾਰਚ ਦੇ ਵਿੱਚ ਕਰੀਬ 21 ਜਾਂ 22 ਮਾਰਚ ਨੂੰ ਸਾਰੇ ਦੇਸ਼ ਦੇ ਵਿੱਚ ਇੱਕ ਜਨਤਾ ਕਰਫਿਊ ਲਗਾਇਆ ਗਿਆ ਸੀਗਾ। ਉਸ ਟਾਈਮ ਸਾਡੇ ਮਾਨਨੀय ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਰੀ ਜਨਤਾ ਨੂੰ ਅਪੀਲ ਕੀਤੀ ਸੀਗੀ ਕਿ ਅਸੀਂ ਘਰਾਂ ਦੇ ਵਿੱਚ ਰਹੀਏ, ਆਪਣਾ ਐਕਸਪੋਜ਼ਰ ਘੱਟ ਰੱਖੀਏ, ਇੱਕ ਦੂਜੇ ਦੇ ਨਾਲ ਤਾਲਮੇਲ ਘਟਾਈਏ, ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰੀਏ। ਕਿਉਂਕਿ ਜਿਹੜੀ ਬੇਸਿਕ ਚੀਜ਼ਾਂ ਹੈਗੀਆਂ ਨੇ ਇਹਨੂੰ ਫੈਲਾਅ ਨੂੰ ਰੋਕਣ ਤੋਂ, ਉਹਦੇ 'ਚ ਇਹੀ ਹੈਗਾ ਵੀ ਇੱਕ ਤਾਂ ਅਸੀਂ ਮਾਸਕ ਪਹਿਨ ਕੇ ਰੱਖੀਏ, ਦੂਸਰਾ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖੀਏ, ਤੀਸਰਾ ਸੀਗਾ ਕਿ ਵਾਰ-ਵਾਰ ਅਸੀਂ ਹੱਥ ਧੋਈਏ ਤਾਂ ਕਿ ਅਗਰ ਕੋਈ ਸੰਕਰਮਿਤ ਹੈ ਤਾਂ ਹੱਥ ਨਾਲ ਧੋ ਕੇ ਉਹਦਾ ਵਾਸ਼ ਆਊਟ ਹੋ ਜਾਊਗਾ। ਸੋ ਉਹ ਚੀਜ਼ਾਂ ਨੂੰ ਅਸੀਂ ਬੜੀ ਮੈਟੀਕੂਲਸਲੀ ਉਸ ਟਾਈਮ ਅਡਾਪਟ ਕੀਤਾ ਸੀਗਾ ਅਤੇ ਉਹਦਾ ਹੀ ਕਾਰਨ ਹੈ, ਉਹਦਾ ਹੀ ਰਿਜ਼ਲਟ ਹੈ ਕਿ ਭਾਰਤ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਇੰਪੈਕਟ ਦੇਖਣ ਨੂੰ ਨਹੀਂ ਮਿਲਿਆ ਜੀ। ਉਸ ਤੋਂ ਬਾਅਦ ਜਦੋਂ ਇਹ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਤਾਂ ਇਹ ਕਹਿ ਲਈਏ ਕਿ ਅਸੀਂ ਉਸ ਤੋਂ ਬਾਅਦ ਥੋੜ੍ਹੇ ਕੰਪਲਾਸੈਂਟ ਹੋ ਗਏ ਜੀ। ਜਦੋਂ ਇਹ ਥੋੜ੍ਹੀ ਲਹਿਰ ਕੰਟਰੋਲ 'ਚ ਹੋ ਗਈ, ਉਸ ਤੋਂ ਬਾਅਦ ਅਸੀਂ ਇਸ ਨੂੰ ਈਜ਼ੀ ਲੈਣਾ ਸ਼ੁਰੂ ਕਰ ਦਿੱਤਾ। ਜਦ ਕਿ ਦੂਸਰੇ ਦੇਸ਼ਾਂ ਦੇ ਵਿੱਚ ਉਸ ਟਾਈਮ ਸਾਨੂੰ ਸੁਣਨ ਵਿੱਚ ਆ ਰਿਹਾ ਸੀਗਾ ਕਿ ਉੱਥੇ ਦੂਸਰੀ ਲਹਿਰ ਜਿਹੜੀ ਹੈ ਉਹ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਲੇਕਿਨ ਅਨਫੋਰਚੂਨੇਟਲੀ ਸਮਹਾਓ ਅਸੀਂ ਉਸ ਚੀਜ਼ ਨੂੰ ਇੰਨਾ ਧਿਆਨ ਨਹੀਂ ਦੇ ਸਕੇ। ਅਤੇ ਜਿਹੜੀ ਦੂਸਰੀ ਲਹਿਰ ਦੂਸਰੇ ਦੇਸ਼ਾਂ ਦੇ ਵਿੱਚ ਆਈ ਸੀਗੀ ਉਹ ਇੱਥੇ ਵੀ ਹੋਣੀ ਸੁਭਾਵਿਕ ਸੀ। ਸੋ ਉਹ ਦੂਸਰੀ ਲਹਿਰ ਜੋ ਸਾਡੇ ਕੋਲ ਸਾਡੇ ਦੇਸ਼ ਦੇ ਵਿੱਚ ਆਈ ਹੈ ਤਾਂ ਕਮਬੈਕ ਹਮੇਸ਼ਾ ਜਿਹੜਾ ਉਹ ਸਟਰੋਂਗਰ ਹੁੰਦਾ। ਸੋ ਫੇਜ਼ 2 ਜਿਹੜਾ ਕੋਵਿਡ ਹੈਗਾ ਇਹ ਉਹਦੇ ਨਾਲੋਂ ਮੱਚ ਸਟਰੋਂਗਰ ਹੈ ਪਿਛਲੀ ਵਾਰੀ ਦੇ ਨਾਲੋਂ। ਸੋ ਸਾਡੀ ਕਿਤੇ ਕੰਪਲਾਸੈਂਸੀ ਦਾ ਇੱਕ ਕਾਰਨ ਹੋ ਸਕਦੀ ਹੈ ਕਿ ਅਸੀਂ ਸਾਡੇ 'ਤੇ ਜ਼ਿਆਦਾ ਇਫੈਕਟ ਹੋ ਰਿਹਾ ਕੋਵਿਡ। ਸਰ ਮੈਂ ਤੁਹਾਡੇ ਕੋਲੋਂ ਡਾਕਟਰ ਸਾਹਿਬ ਕਿ ਤੁਸੀਂ ਚੂੰਕਿ ਇਨਵਾਇਰਨਮੈਂਟ ਦੇ ਉੱਤੇ ਬਹੁਤ ਕੰਮ ਕੀਤਾ ਔਰ ਖਾਸ ਕਰਕੇ ਸਾਡੇ ਆਰਗੈਨਿਕ ਫੂਡ ਪ੍ਰੋਡਕਟਸ ਦੇ ਉੱਤੇ ਬਹੁਤ ਕੰਮ ਕਰਦੇ ਪਏ ਹੋ। ਇਮਿਊਨਿਟੀ ਬੂਸਟਿੰਗ ਇੱਕ ਬਹੁਤ ਮਹੱਤਵਪੂਰਨ ਜਿਹੜੀ ਚੀਜ਼ ਜਿਹਦੇ ਉੱਤੇ ਆਮ ਤੌਰ 'ਤੇ ਬਹੁਤ ਸਾਰੇ ਵਿਗਿਆਨੀ ਜਿਹੜੇ ਇਸ ਗੱਲ ਦੇ ਉੱਤੇ, ਡਾਕਟਰ ਵੀ, ਮਾਹਿਰ ਵੀ ਸਲਾਹ ਦਿੰਦੇ ਪਏ ਆ ਕਿ ਆਦਮੀ ਦੀ ਇਮਿਊਨਿਟੀ ਸਟਰੋਂਗ ਹੈ ਅਤੇ ਆਦਮੀ ਕਰੋਨਾ ਲੜ ਸਕਦਾ। ਸੋ ਕਿਸ ਤਰੀਕੇ ਦੇ ਨਾਲ ਤੁਸੀਂ ਸੋਚ ਰਹੇ ਹੋ ਕਿ ਇਮਿਊਨਿਟੀ ਨੂੰ ਅਸੀਂ ਕਿਸ ਤਰੀਕੇ ਨਾਲ ਬੂਸਟ ਕਰ ਸਕਦੇ? ਸੰਜੀਵ ਜੀ, ਇਹ ਗੱਲ ਬਹੁਤ ਇੰਪੋਰਟੈਂਟ ਹੈ ਜੀ। ਮੇਰਾ ਖਿਆਲ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਇਮਿਊਨਿਟੀ ਵਾਸਤੇ ਤਾਂ ਜੀ ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਸਟਰੋਂਗ ਸੀਗੀ ਉਹ ਲੋਕਾਂ ਨੇ ਬਹੁਤ ਈਜ਼ੀਲੀ ਕਰੋਨਾ ਨੂੰ ਪਾਸ ਆਨ ਕਰ ਲਿਆ। ਅਤੇ ਜਿੱਦਾਂ ਸਰ ਨੇ ਦੱਸਿਆ ਕਿ ਬਾਕੀ ਇਹ ਗੱਲ ਬਿਲਕੁਲ ਸਹੀ ਹੋਈ ਆ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਹਿਲੀ ਲਹਿਰ ਜਦੋਂ ਆਈ, ਸਾਡੇ ਦੇਸ਼ ਦੇ ਬਹੁਤ ਘੱਟ ਇੰਪੈਕਟ ਪਾਇਆ, ਕਿਉਂਕਿ ਅਸੀਂ ਲੋਕ ਦੀ ਜਿਹੜੀ ਇਮਿਊਨਿਟੀ ਸੀਗੀ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡੀ ਲੋਕਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵਧੀਆ ਸੀਗੀ। ਕਿਉਂਕਿ ਅਸੀਂ ਲੋਕ ਮਸਾਲੇ ਖਾਂਦੇ ਹਾਂ ਜਾਂ ਹੋਰ ਬਹੁਤ ਸਾਰੀਆਂ ਘਰ ਦੀਆਂ ਚੀਜ਼ਾਂ, ਜੜੀ ਬੂਟੀਆਂ ਜਿਹੜੀਆਂ ਅਸੀਂ ਆਮ ਤੌਰ 'ਤੇ ਆਪਣੇ ਖਾਣੇ ਵਿੱਚ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਕਰਕੇ ਸਾਡੀ ਜਿਹੜੀ ਇਮਿਊਨਿਟੀ ਬਹੁਤ ਸਟਰੋਂਗ ਹੋਣ ਕਰਕੇ ਸਾਡਾ ਇੰਪੈਕਟ ਬਹੁਤ ਘੱਟ ਗਿਆ। ਅਤੇ ਜਦੋਂ ਸਾਡਾ ਇੰਪੈਕਟ ਘੱਟ ਗਿਆ ਤਾਂ ਨੈਚੁਰਲੀ ਹੈ ਕਿ ਸਾਡੇ ਅੰਦਰ ਇੱਕ ਕੌਨਫੀਡੈਂਸ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ, ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਅਜੇ ਤੱਕ ਕਰੋਨਾ ਨੇ ਕੁਝ ਕਹਿਣਾ ਹੀ ਨਹੀਂ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਲੋਕ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖਣਗੇ, ਉਹ ਸੈਕਿੰਡ ਵੀ ਹੋਵੇ ਚਾਹੇ ਥਰਡ ਹੋਵੇ, ਜਿੰਨੀਆਂ ਵੀ ਲਹਿਰਸ ਆਉਣਗੀਆਂ ਉਹਦੇ ਉੱਤੇ ਬਹੁਤ ਵਧੀਆ ਢੰਗ ਨਾਲ ਆਪਣਾ ਕਾਬੂ ਪਾ ਸਕਦੇ ਆ। ਕਿਉਂਕਿ ਇਹ ਜਿਹੜਾ ਬੈਕਟੀਰੀਆ ਹੈਗਾ, ਇਹ ਬੈਕਟੀਰੀਆ ਤੁਹਾਡੇ ਇਮਿਊਨਿਟੀ ਦੇ ਉੱਤੇ, ਤੁਹਾਡੇ ਅੰਦਰ ਲੀਵਰ ਦੇ ਉੱਤੇ, ਤੁਹਾਡੇ ਜਿਨ੍ਹਾਂ ਨੂੰ BP ਆ ਜਾਂ ਕਿਸੇ ਨੂੰ ਸ਼ੂਗਰ ਆ, ਇਹਨਾਂ ਸਾਰੇ ਜਿਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਆ ਉਹਨੂੰ ਹੀ ਚਪੇਟ 'ਚ ਲੈ ਰਿਹਾ। ਅਤੇ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੈਗੀ ਆ ਤਾਂ ਤੁਸੀਂ ਈਜ਼ੀਲੀ ਇਹਨੂੰ ਨਜ਼ਲਾ ਜ਼ੁਕਾਮ ਦੀ ਤਰ੍ਹਾਂ ਹੀ ਇਹਨੂੰ ਖਤਮ ਕਰ ਸਕਦੇ ਹੋ ਜੀ। ਸਰ ਚੂੰਕਿ ਦੂਸਰੀ ਲਹਿਰ ਇਸ ਵੇਲੇ ਪੂਰੇ ਜੌਬਨ ਦੇ ਉੱਤੇ ਆ ਭਾਰਤ ਦੇ ਵਿੱਚ, ਔਰ ਪੰਜਾਬ ਵੀ ਉਸ ਦਾ ਇੱਕ ਹਿੱਸਾ ਹੈ। ਸੋ ਬਹੁਤ ਸਾਰੇ ਸਟੈਪ ਸੈਂਟਰ ਗੌਰਮੈਂਟ ਨੇ, ਸਟੇਟ ਗੌਰਮੈਂਟ ਨੇ ਇਸ ਨੂੰ ਟੈਕਲ ਕਰਨ ਵਾਸਤੇ ਉਠਾਏ। ਕੀ ਪ੍ਰਸ਼ਾਸਨਿਕ ਸਟੈਪਸ ਜਿਹੜੇ ਤੁਸੀਂ ਦੇਖਦੇ ਹੋ ਜਿਹਦੇ ਨਾਲ ਅਸੀਂ ਇਸ ਨੂੰ ਡੀਲ ਕਰ ਸਕਦੇ? ਸੰਜੀਵ ਜੀ, ਇਹਦੇ ਵਿੱਚ ਅਗੇਨ ਮੈਂ ਉਸੇ ਗੱਲ 'ਤੇ ਵਾਪਸ ਆਊਂਗਾ ਕਿ ਮੇਨ ਇਹਦਾ ਕਾਰਨ ਕੀ ਹੈ ਕਿ ਸਪਰੈਡ ਕਿਸ ਤਰ੍ਹਾਂ ਹੁੰਦਾ। ਸਭ ਤੋਂ ਵੱਡਾ ਇਹਦਾ ਹੈਗਾ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਮੇਨਟੇਨ ਹੋਣੀ ਬਹੁਤ ਜ਼ਰੂਰੀ ਹੈ।
ਆਪਾਂ ਟੀਵੀ ਦੇ ਵਿੱਚ ਸਾਰੇ ਮੀਡੀਆ ਦੇ ਵਿੱਚ ਐਡ ਵੀ ਦੇਖ ਰਹੇ ਹਾਂ ਕਿ 2 ਗਜ ਕੀ ਦੂਰੀ ਜੀ ਕਹਿਣ ਤੋਂ ਭਾਵ ਕਿ ਕਰੀਬ 6 ਫੁੱਟ ਦੀ ਦੂਰੀ ਜਿਹੜੀ ਇੱਕ ਤੋਂ ਦੂਸਰੇ ਇਨਸਾਨ ਦੇ ਵਿੱਚ ਰਹਿਣੀ ਚਾਹੀਦੀ ਹੈ। ਸੋਸ਼ਲ ਡਿਸਟੈਂਸਿੰਗ ਸੋਸ਼ਲ ਗੈਦਰਿੰਗਸ ਨੂੰ ਅਸੀਂ ਘਟਾਉਣਾ ਹੈਗਾ। ਤੁਸੀਂ ਦੇਖਿਆ ਹੋਊਗਾ ਕਿ ਜਿੰਨੀਆਂ ਵੀ ਮੇਨ ਮਾਰਕੀਟਸ ਹੈਗੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੈਗੂਲੇਟ ਕੀਤਾ ਗਿਆ। ਜੀ ਅਲੱਗ-ਅਲੱਗ ਕਿਸਮ ਦੀਆਂ ਦੁਕਾਨਾਂ ਦਾ ਖੁੱਲ੍ਹਣ ਦਾ ਟਾਈਮ ਜਿਹੜਾ ਉਹ ਨਿਸ਼ਚਿਤ ਕੀਤਾ ਗਿਆ। ਔਰ ਜਿਹੜੇ ਮੇਨ ਮਾਰਕੀਟਸ ਜਿਸ ਤਰ੍ਹਾਂ ਅਸੀਂ ਜਲੰਧਰ ਦੀ ਜੇ ਗੱਲ ਕਰੀਏ, ਇੱਥੇ ਸੰਡੇ ਬਾਜ਼ਾਰ ਲੱਗਦਾ ਸੀਗਾ, ਆਪਾਂ ਨੂੰ ਸਭ ਨੂੰ ਪਤਾ ਹੋਏਗਾ। ਔਰ ਸੰਡੇ ਬਾਜ਼ਾਰ ਦੇ ਵਿੱਚ ਇੰਨਾ ਜ਼ਿਆਦਾ ਰਸ਼ ਹੁੰਦਾ ਸੀਗਾ ਕਿ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ ਸੀਗੀ। ਸੋ ਉਹਦੇ ਨਾਲ ਸੋਸ਼ਲ ਡਿਸਟੈਂਸ ਸਾਡੀ ਬਿਲਕੁਲ ਨਹੀਂ ਰਹਿ ਪਾਉਂਦੀ ਸੀਗੀ। ਸੋ ਅਜਿਹੀਆਂ ਜਿਹੜੀਆਂ ਮਾਰਕੀਟ ਜਾਂ ਆਪਣੀ ਸਬਜ਼ੀ ਮੰਡੀ ਵਗੈਰਾ ਲੱਗਦੀ ਸੀਗੀ, ਆਪਣਾ ਬਾਜ਼ਾਰ ਲੱਗਦਾ ਸੀਗਾ ਇੱਥੇ, ਇਹਨਾਂ ਸਾਰੀਆਂ ਮਾਰਕੀਟਸ ਨੂੰ ਅਸੀਂ ਕੰਟਰੋਲ ਕੀਤਾ। ਸੋ ਮੇਨ ਸਟ੍ਰੈਸ ਸਾਡਾ ਸੀਗਾ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹਨੂੰ ਇਨਸ਼ੋਰ ਕੀਤਾ ਜਾਵੇ। ਲੋਕਾਂ ਦੀ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਮਿੰਨੀ ਲੋਕਡਾਊਨ ਜਿਹਨੂੰ ਕਹਿੰਦੇ ਹਾਂ, ਵੀਕਐਂਡ ਦਾ ਅਸੀਂ ਲੋਕਡਾਊਨ ਵੀ ਪੰਜਾਬ ਦੇ ਵਿੱਚ ਲਾਇਆ ਹੋਇਆ, ਮਾਨਯੋਗ ਮੁੱਖ ਮੰਤਰੀ ਜੀ ਦੁਆਰਾ ਆਦੇਸ਼ ਹੋਏ ਸੀਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਥਾਂ ਦੇਖਿਆ ਹੋਊਗਾ ਕਿ ਸਾਡੇ ਪੁਲਿਸ ਪ੍ਰਸ਼ਾਸਨ ਨੇ ਨਾਕੇ ਲਗਾਏ ਹੋਏ ਆ ਜੀ। ਉਹ ਇਸ ਚੀਜ਼ ਨੂੰ ਇਨਫੋਰਸ ਕਰਨ ਵਾਸਤੇ ਕਿ ਅਗਰ ਅਸੀਂ ਮਿੰਨੀ ਲੋਕਡਾਊਨ ਜਾਂ ਕਰਫਿਊ ਲਗਾ ਰਹੇ ਹਾਂ, ਸੋ ਉਹ ਜਿਹੜਾ ਹੈ ਉਹਨੂੰ ਇਨਫੋਰਸ ਕਰਨਾ ਬਹੁਤ ਜ਼ਰੂਰੀ ਹੈਗਾ। ਉਹਦਾ ਸਾਰੇ ਕੋਈ ਦਾ ਪਰਪਸ ਇਹ ਹੈ ਕਿ ਲੋਕ ਘਰਾਂ ਦੇ ਵਿੱਚ ਬੇਲੋੜੇ ਬਾਹਰ ਨਾ ਨਿਕਲਣ ਜੀ, ਤਾਂ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰਵੇ, ਕਿਉਂਕਿ ਦੈਟ ਇਜ਼ ਦ ਮੇਨ ਰੀਜ਼ਨ ਕਿ ਇੱਕ ਦੂਜੇ ਦੇ ਜਦ ਤੱਕ ਅਸੀਂ ਕੰਟੈਕਟ 'ਚ ਨਹੀਂ ਆਉਂਦੇ ਤਦ ਤੱਕ ਇਹ ਵਾਇਰਸ ਜਿਹੜਾ ਉਹ ਇੰਨਾ ਜ਼ਿਆਦਾ ਫੈਲਦਾ ਨਹੀਂ ਹੈ। ਸੋ ਪ੍ਰਸ਼ਾਸਨ ਨੇ ਸੋਸ਼ਲ ਡਿਸਟੈਂਸਿੰਗ ਉੱਤੇ ਸਪੈਸ਼ਲ ਐਮਫੇਸਿਸ ਦਿੱਤਾ ਹੋਇਆ ਤਾਂ ਕਿ ਲੋਕਾਂ ਦੀ ਸੇਫਟੀ ਕੀਤੀ ਜਾ ਸਕੇ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਕਿ ਕਰੋਨਾ ਚੂੰਕਿ ਮਹਾਮਾਰੀ ਦਾ ਰੂਪ ਧਾਰਨ ਕਰ ਗਈ, ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਜਦੋਂ ਕੋਈ ਪੇਸ਼ੈਂਟ ਉਹਨਾਂ ਦੀ ਫੈਮਿਲੀ ਨਾਲ ਜਿਹੜਾ ਹੋ ਜਾਂਦਾ, ਜਕੜਿਆ ਜਾਂਦਾ ਔਰ ਉਹਦੀ ਮੌਤ ਹੋ ਜਾਂਦੀ ਹੈ, ਔਰ ਕਿਤੇ ਨਾ ਕਿਤੇ ਰਿਸ਼ਤੇ ਜਿਹੜੇ ਸਮਾਜ ਦੇ ਵਿੱਚ ਅਸੀਂ ਸੋਸ਼ਲੀ ਐਕਸਪੋਜ਼ ਹੁੰਦੇ ਨਜ਼ਰ ਆਏ ਹਾਂ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਕੀ ਸਮਾਜ ਦਾ ਰੋਲ ਜਿਹੜਾ ਹੋਣਾ ਚਾਹੀਦਾ? ਦੇਖਿਏ ਸੰਜੀਵ ਜੀ, ਇਹ ਬਿਲਕੁਲ ਕਰੋਨਾ ਦੇ ਵਿੱਚ ਆ ਕੇ ਅਸੀਂ ਸਾਰਿਆਂ ਨੇ ਦੇਖਿਆ ਕਿ ਲੋਕ ਜਿਹਨੂੰ ਕਿਤੇ ਕਰੋਨਾ ਹੋ ਜਾਂਦਾ, ਲੋਕ ਤੋਂ ਦੂਰ ਭੱਜਣਾ ਸ਼ੁਰੂ ਹੋ ਜਾਂਦੇ ਸੀ ਜੀ। ਇੱਥੇ ਤੱਕ ਇਹ ਵੀ ਦੇਖਣ ਨੂੰ ਮਿਲਿਆ ਕਿ ਜੇ ਕਿਤੇ ਇੱਕ ਮਹੱਲੇ ਦੇ ਵਿੱਚ ਕਿਸੇ ਨੂੰ ਹੋ ਜਾਂਦਾ ਤਾਂ ਸਾਰੇ ਜਾਣੇ ਉਹਨੂੰ ਉਤੋਂ ਮਤਲਬ ਉਹਨਾਂ ਨੂੰ ਅਵੋਇਡ ਡਿਫਰੈਂਟ ਇੱਕ ਨਿਗਾਹਾਂ ਨਾਲ ਦੇਖਣਾ ਸ਼ੁਰੂ ਕਰ ਦਿੰਦੇ। ਖੈਰ ਇਹ ਚੀਜ਼ ਸਾਨੂੰ ਕਰੋਨਾ ਦੇ ਟਾਈਮ ਦੇ ਵਿੱਚ ਸਾਨੂੰ ਐਕਸਪੋਜ਼ ਹੋਣੀ ਸ਼ੁਰੂ ਹੋਈ, ਪਰ ਮੈਂ ਇਹਨੂੰ ਸਮਝਦਾ ਕਿ ਸਾਡੇ ਪਿਛਲੇ 10 ਸਾਲਾਂ ਤੋਂ ਇਹ ਸ਼ੁਰੂ ਹੋ ਚੁੱਕੀ ਚੀਜ਼ ਜੀ। ਕਿਉਂਕਿ ਜਿੱਦਾਂ ਸਾਡੀ ਮਹਿੰਗਾਈ ਵੱਧਦੀ ਜਾ ਰਹੀ ਹੈ, ਸਾਡਾ ਜੁਆਇੰਟ ਫੈਮਿਲੀ ਵਾਲਾ ਸਿਸਟਮ, ਇੱਕ ਦੂਜੇ ਨੂੰ ਸਪੋਰਟ ਕਰਨ ਵਾਲਾ ਸਿਸਟਮ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਜੀ। ਤੇ ਜਦੋਂ ਅੱਜ ਦੀ ਡੇਟ 'ਚ ਦੇਖਦੇ ਪਏ ਬੰਦੇ ਕਿ ਮੇਰੇ ਕੋਲ ਪੈਸਾ ਘੱਟ ਆ, ਮੈਂ ਆਪਣੀ ਹੀ ਫੈਮਿਲੀ ਨੂੰ ਸੇਵ ਕਰ ਸਕਾਂ ਜਾਂ ਆਪਣੀ ਹੀ ਫੈਮਿਲੀ ਨੂੰ ਦੇਖਾਂ, ਇਸ ਕਰਕੇ ਉਹ ਹੌਲੀ ਹੌਲੀ ਉਹ ਜਿਹੜਾ ਅੰਦਰੂਨੀ ਜਿਹੜਾ ਮਿਲਾਪ ਸੀਗਾ ਉਹ ਘਟਦਾ ਜਾ ਰਿਹਾ। ਤੇ ਇਹ ਚੀਜ਼ ਜਦੋਂ ਇਹ ਕਰੋਨਾ ਦਾ ਟਾਈਮ ਆਇਆ, ਜਦੋਂ ਲੋਕਾਂ ਨੂੰ ਲੋੜ ਪਈ ਇੱਕ ਦੂਜੇ ਦੀ, ਤੇ ਉਹ ਚੀਜ਼ਾਂ ਉੱਭਰ ਕੇ ਮੂਹਰੇ ਆ ਗਈਆਂ ਤੇ ਇੱਕਦਮ ਸਾਨੂੰ ਦੇਖਣ ਨੂੰ ਮਿਲਿਆ ਕਿ ਲੋਕ ਬਹੁਤ ਅੰਦਰੂਨੀ ਤੌਰ ਤੇ ਟੁੱਟੇ ਹੋਏ ਨੇ। ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਫੈਮਲੀਆਂ ਦੇ ਅੰਦਰ ਵੀ ਜਿਹੜਾ ਹੈਗਾ ਉਹਨਾਂ ਗੱਠ ਨਹੀਂ ਹੈਗਾ ਜਿੰਨਾ ਅੱਜ ਤੋਂ 20-30 ਸਾਲ ਪਹਿਲਾਂ ਹੁੰਦਾ ਸੀਗਾ। ਤੇ ਮੈਂ ਕਹਾਂਗਾ ਕਿ ਅਗਰ ਬਹੁਤ ਵਧੀਆ ਮੁਲਕ ਬਣਾਉਣਾ ਤੇ ਵਧੀਆ ਫੈਮਿਲੀ ਬਣਾਉਣੀ ਹੈ ਤੇ ਉਹ ਜੁਆਇੰਟ ਫੈਮਿਲੀ ਹੀ ਬੈਸਟ ਹੈਗੀ ਆ, ਕਿਉਂਕਿ ਉਹ ਇੱਕ ਦੂਜੇ ਦੇ ਦੁੱਖ ਦੇ ਵਿੱਚ ਬੈਠਦਾ ਆ। ਸੋ ਅੱਜ ਇਹ ਸਮਾਂ ਜਿਹੜਾ ਹੈਗਾ ਇਹ ਇੱਕ ਦੂਜੇ ਤੋਂ ਭੱਜਣ ਵਾਲਾ ਸਮਾਂ ਹੋ ਗਿਆ। ਸਰ, ਮੈਂ ਤੁਹਾਡੇ ਕੋਲੋਂ ਕਿ ਇੱਕ ਇਹਦਾ ਹੱਲ ਜਿਹੜਾ ਹੈ ਵੈਕਸੀਨੇਸ਼ਨ ਦੇ ਉੱਤੇ ਜਿਹੜਾ ਸਾਨੂੰ ਰੂਪ 'ਚ ਨਜ਼ਰ ਆਉਂਦਾ ਹੈ, ਸਰਕਾਰ ਨੇ ਬਹੁਤ ਜ਼ੋਰ ਦਿੱਤਾ। ਸ਼ੁਰੂ 'ਚ ਅਸੀਂ ਦੇਖਦੇ ਹਾਂ ਕਿ ਮੋਟੀਵੇਸ਼ਨ ਲੈਵਲ ਦੀ ਕਿਤੇ ਕਮੀ ਸੀ, ਲੇਕਿਨ ਹੁਣ ਵੈਕਸੀਨੇਸ਼ਨ ਦੀ ਕਿਤੇ ਸ਼ਾਰਟੇਜ ਸਾਨੂੰ ਦੇਖਣ ਨੂੰ ਮਿਲਦੀ। ਸੋ ਦੋਨਾਂ ਦਾ ਪਾਰ ਕਿਸ ਤਰੀਕੇ ਨਾਲ ਹੋ ਸਕਦਾ ਔਰ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਐਡਵਾਈਸ ਕਰਦੇ? ਬਿਲਕੁਲ ਸੰਜੀਵ ਜੀ, ਵੈਰੀ ਵੈਲਿਡ ਪੁਆਇੰਟ। ਵੈਕਸੀਨੇਸ਼ਨ ਆਫ ਕੋਰਸ ਇਹਦੇ ਉੱਪਰ ਜਦ ਇਹ ਬਿਮਾਰੀ ਸ਼ੁਰੂ ਹੋਈ ਸੀਗੀ ਜੀ, ਇਹਦੇ ਉੱਪਰ ਰਿਸਰਚ ਉਸੇ ਟਾਈਮ ਦੀ ਚੱਲ ਰਹੀ ਸੀਗੀ। ਸੋ ਇਟ ਟੁੱਕ ਅ ਬਿਟ ਲੌਂਗਰ ਟਾਈਮ, ਥੋੜਾ ਸਮਾਂ ਲੱਗਦਾ ਕਿਉਂਕਿ ਇਹ ਨਵਾਂ ਵਾਇਰਸ ਸੀਗਾ। ਸੋ ਇਹਦੇ ਵੈਕਸੀਨੇਸ਼ਨ ਥੋੜਾ ਸਮਾਂ ਜ਼ਰੂਰ ਲੱਗਾ, ਲੇਕਿਨ ਇਸ ਟਾਈਮ ਹੁਣ ਟੈਂਪਰੇਰੀ ਸ਼ਾਰਟੇਜ ਥੋੜੀ ਜਿਹੀ ਸਾਨੂੰ ਜ਼ਰੂਰ ਆਈ ਹੈ। ਉਹਦੇ ਵੀ ਕਈ ਵਜ੍ਹਾ ਹੈਗੀਆਂ ਨੇ। ਮੇਨ ਸਾਡੇ ਇੱਥੇ ਜਿੱਦਾਂ ਕੋਵੀਸ਼ੀਲਡ ਜਾਂ ਕੋਵੈਕਸੀਨ ਜਿਹੜੇ ਆ ਉਹ ਇਸ ਟਾਈਮ ਜ਼ਿਆਦਾ ਲੱਗ ਰਹੇ ਹੈਗੇ ਆ। ਇੱਕ ਕੱਲ ਰੀਸੈਂਟਲੀ DRDO ਨੂੰ ਇੱਕ ਲਾਂਚ ਜਿਹੜਾ ਕੀਤਾ ਗਿਆ ਹੈ। ਇਹ ਗੱਲ ਜ਼ਰੂਰ ਹੈਗੀ ਹੈ, ਪਹਿਲਾਂ ਲੋਕਾਂ ਦੇ ਵਿੱਚ ਕੁਝ ਸ਼ੰਕਾਵਾਂ ਸੀਗੀਆਂ, ਲੋਕ ਮੈਂਟਲੀ ਪ੍ਰੀਪੇਅਰਡ ਨਹੀਂ ਸੀਗੇ। ਵੈਸੇ ਵੀ ਜਦੋਂ ਰਿਸਰਚ ਤੋਂ ਬਾਅਦ ਜਦੋਂ ਪਹਿਲੀ ਵਾਰੀ ਕੋਈ ਦਵਾਈ ਲਾਂਚ ਹੁੰਦੀ ਹੈ ਤੇ ਲੋਕਾਂ 'ਚ ਥੋੜ੍ਹੀਆਂ ਰਿਜ਼ਰਵੇਸ਼ਨਸ ਹੁੰਦੀਆਂ ਕਿ ਇਹਦਾ ਸਕਸੈਸ ਰੇਟ ਪਤਾ ਨਹੀਂ ਕਿੰਨਾ ਹੋਊਗਾ। ਸੋ ਲੋਕਾਂ ਨੂੰ ਥੋੜ੍ਹਾ ਮੋਟੀਵੇਸ਼ਨ ਕਰਨ ਦੀ ਜ਼ਰੂਰਤ ਸੀਗੀ। ਲੋਕ ਥੋੜ੍ਹੇ ਹੈਸੀਟੈਂਟ ਸੀਗੇ, ਲੋਕ ਅੱਗੇ ਨਹੀਂ ਆ ਰਹੇ ਸੀਗੇ ਲਵਾਉਣ ਵਾਸਤੇ। ਜਿੱਦਾਂ ਆਪਣੇ ਵੱਡੇ ਸ਼ਹਿਰ ਜਲੰਧਰ ਦੀ ਅਸੀਂ ਗੱਲ ਕਰ ਲਈਏ, ਲੱਖਾਂ ਦੀ ਆਬਾਦੀ ਹੈਗੀ ਹੈ। ਅਸੀਂ ਅਲੱਗ-ਅਲੱਗ ਮੁਹੱਲਿਆਂ ਦੇ ਵਿੱਚ ਆਪਣੇ ਕਾਉਂਸਲਰ ਸਾਹਿਬਾਨ ਦੀ ਹੈਲਪ ਦੇ ਨਾਲ ਹਰ ਇੱਕ ਵਾਰਡ ਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਵੈਕਸੀਨੇਸ਼ਨ ਜਿਹੜੀ ਹੈ ਸਾਡੇ ਫਾਇਦੇ ਵਾਸਤੇ ਹੈ, ਇਹਨੂੰ ਜ਼ਰੂਰ ਲਵਾਉਣਾ ਚਾਹੀਦਾ। ਸੋ ਲੋਕ ਜਿਹੜੇ ਆ ਹੁਣ ਮੈਂਟਲੀ ਪ੍ਰੀਪੇਅਰ ਹੋ ਗਏ ਆ ਜੀ। ਲੇਕਿਨ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਆਬਾਦੀ ਕਾਫੀ ਜ਼ਿਆਦਾ ਹੈਗੀ ਹੈ। ਸੋ ਐਡੀ ਵੱਡੀ ਆਬਾਦੀ ਨੂੰ ਅਗਰ ਸਾਰੀ ਨੂੰ ਕੈਟਰ ਕਰਨਾ ਹੈਗਾ ਤਾਂ ਥੋੜਾ ਸਮਾਂ ਤਾਂ ਜ਼ਰੂਰ ਲੱਗੇਗਾ। ਲੇਕਿਨ ਇਹ ਜਿਹੜੀ ਸ਼ਾਰਟੇਜ ਆਈ ਹੈ ਉਹ ਟੈਂਪਰੇਰੀ ਸ਼ਾਰਟੇਜ ਹੈ। ਵੈਰੀ ਸੂਨ ਸਾਡੇ ਕੋਲ ਸਫੀਸ਼ੀਐਂਟ ਨੰਬਰ ਦੇ ਵਿੱਚ ਜਿਹੜੇ ਵੈਕਸੀਨੇਸ਼ਨ ਸਾਡੀ ਹੋ ਜਾਣੀ ਹੈ, ਵੈਕਸੀਨ ਸਾਡੇ ਕੋਲ ਉਪਲਬਧ ਹੋ ਜਾਣੀ ਹੈ, ਕੋਈ ਪ੍ਰੋਬਲਮ ਨਹੀਂ ਆਏਗੀ ਸਾਨੂੰ।
ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਜਿਹੜੀ ਚੀਜ਼ ਕਿ ਇਸ ਵੇਲੇ ਚੂੰਕਿ ਇਕਨੋਮਿਕ ਐਕਟੀਵਿਟੀਜ਼ ਬਹੁਤ ਲਿਮਟਿਡ ਹੋਈਆਂ ਪਈਆਂ ਔਰ ਬਹੁਤ ਸਾਰੇ ਲੋਕ ਜਿਹੜੇ ਹੈਂਡ ਟੂ ਮਾਊਥ ਆ ਡੇਲੀ ਕੰਮ ਕਰਕੇ ਗੁਜ਼ਾਰਾ ਕਰਦੇ ਆ, ਉਹਨਾਂ ਲੋਕਾਂ ਲਈ ਕਿਤੇ ਨਾ ਕਿਤੇ ਕਾਫੀ ਮੁਸ਼ਕਿਲ ਜਿਹੜੀਆਂ ਪੇਸ਼ ਆ ਰਹੀਆਂ। ਸੋ ਆਰਥਿਕ ਗਤੀਵਿਧੀਆਂ ਜਦੋਂ ਬਹੁਤ ਕਰਟੇਲ ਹੋ ਗਈਆਂ ਤੇ NGOs ਦੀ ਭੂਮਿਕਾ ਉਸ ਵੇਲੇ ਬਹੁਤ ਅਹਿਮ ਹੋ ਜਾਂਦੀ, ਕਿਉਂਕਿ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਜਿਹਨੂੰ ਰਾਸ਼ਨ ਦੀ ਜ਼ਰੂਰਤ ਹੈ। ਸੋ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਭੂਮਿਕਾ ਨੂੰ ਦੇਖਦੇ ਹੋ? ਬਿਲਕੁਲ ਦੇਖੋ ਜੀ, ਜਦੋਂ ਪੂਰਾ ਵਰਲਡ ਦੀ ਆਪਾਂ ਗੱਲ ਕਰਾਂਗੇ, ਇਕੱਲਾ ਇੰਡੀਆ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਇਹ ਇਸ ਟਾਈਮ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ, ਕਿਉਂਕਿ ਇਸ ਦੌਰਾਨ ਦੇ ਬਿਜ਼ਨਸ ਤਾਂ ਆਲਮੋਸਟ ਠੱਪ ਨਾਲ ਦੇ ਹੈਗੇ ਆ। ਤਾਂ ਇਹਦਾ ਪ੍ਰਭਾਵ ਮੈਂ ਕਹਾਂਗਾ ਸਭ ਤੋਂ ਜ਼ਿਆਦਾ ਪਿਆ ਜਿਹੜੇ ਡੇਲੀ ਰੋਜ਼ਗਾਰ ਕਰਨ ਵਾਲੇ ਬੰਦੇ ਸੀਗੇ, ਤੇ ਅਦਰਵਾਈਜ਼ ਜਿਹੜੇ ਥੋੜ੍ਹੇ ਬਹੁਤੇ ਬਿਜ਼ਨਸਮੈਨ ਸੀ ਜਾਂ ਦੂਜੇ ਬੰਦੇ ਸੀ, ਉਹਨਾਂ ਦੇ ਕੋਲ ਆਪਣੀ ਰੋਟੀ ਵਾਸਤੇ ਸਰਕਲ ਚਲਾਉਣ ਵਾਸਤੇ ਹੈਗਾ। ਬਟ ਜਿਹੜੇ ਇੱਕ ਰੋਜ਼ ਕਮਾਉਣ ਵਾਲਾ ਬੰਦਾ ਸੀ ਉਹਦੇ ਉੱਤੇ ਬਹੁਤ ਸਿੱਧਾ ਇਫੈਕਟ ਪਿਆ, ਕਿਉਂਕਿ ਦੇਖੋ ਕੋਈ ਵੀ ਸਰਕਾਰ ਆ ਐਡੇ ਮਾਸਕ ਲੈਵਲ ਦੇ ਉੱਤੇ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਦੀ ਜਦ ਤੱਕ ਤੁਹਾਡੇ ਲੋਕਲ NGOs ਉਹਦਾ ਸਾਥ ਨਾ ਦੇਣਗੀਆਂ। ਮੈਂ ਹਾਲਾਂਕਿ ਆਪਣੀ ਸਰਕਾਰ ਨੂੰ ਬਹੁਤ ਵਧਾਈ ਦੇਵਾਂਗਾ ਕਿ ਜੋ ਪਿਛਲੇ ਪਹਿਲੀ ਲਹਿਰ ਦੇ ਵਿੱਚ ਔਰ ਸੈਕਿੰਡ ਲਹਿਰ ਦੇ ਵਿੱਚ ਜੋ ਭੂਮਿਕਾ ਨਿਭਾਈ ਹੈ ਸਾਡੀ ਸਰਕਾਰ ਨੇ, ਉਹ ਕਾਬਲੇ ਤਾਰੀਫ ਆ, ਕਿਉਂਕਿ ਐਡੀ ਵੱਡੀ ਜਨਸੰਖਿਆ ਨੂੰ ਸਾਂਭਣਾ ਔਰ ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰਨਾ, ਉਹਨਾਂ ਨੂੰ ਸਬਜ਼ੀਆਂ ਪ੍ਰੋਵਾਈਡ ਕਰਨੀਆਂ, ਤੇ ਸ਼ਾਇਦ ਮੇਰਾ ਖਿਆਲ ਹੈ ਕਿਸੇ ਦੂਜੇ ਮੁਲਕ ਲਈ ਬਹੁਤ ਔਖਾ ਕੰਮ ਹੋ ਸਕਦਾ, ਤੇ ਇਹਦੇ ਵਿੱਚ ਬਹੁਤ ਸਾਰੀਆਂ NGO ਦਾ ਵੀ ਵੱਡਾ ਰੋਲ ਰਿਹਾ। ਔਰ ਮੈਂ ਅੱਗੇ ਸਾਰੀਆਂ NGOs ਨੂੰ ਵੀ ਇਹੀ ਕਹਾਂਗਾ ਕਿ ਵੱਧ ਚੜ੍ਹ ਕੇ ਆਪਣੇ ਦੇਸ਼ ਲਈ ਔਰ ਸਮਾਜ ਲਈ ਅੱਗੇ ਆਉਣਾ ਚਾਹੀਦਾ ਇੱਦਾਂ ਮੌਕੇ। ਜੀ ਸਰ, ਇਸ ਵੇਲੇ ਇੱਕ ਚੀਜ਼ ਜਿਹੜੀ ਕਿਉਂਕਿ ਸੈਕੰਡ ਵੇਵ ਬੜੀ ਘਾਤਕ ਰੂਪ ਦੇ ਵਿੱਚ ਹੈਗੀ ਔਰ ਆਮ ਤੌਰ ਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਵੈਂਟੀਲੇਟਰ ਜਾਂ ਆਕਸੀਜਨ ਦੇ ਉੱਤੇ ਡਿਪੈਂਡ ਕਰਦੇ ਔਰ ਕਿਤੇ ਨਾ ਕਿਤੇ ਕਾਲਾ ਬਾਜ਼ਾਰੀ ਆਕਸੀਜਨ ਦੀ ਸ਼ੁਰੂ ਹੋਈ। ਸੋ ਆਕਸੀਜਨ ਨੂੰ ਲੈ ਕੇ, ਇਸ ਦੀ ਸਪਲਾਈ ਨੂੰ ਲੈ ਕੇ ਕੁਝ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ। ਹਾਂਜੀ ਸੰਜੀਵ ਜੀ, ਇਹ ਜਿਹੜੀ ਬਿਮਾਰੀ ਹੈਗੀ ਇਹਦੇ ਵਿੱਚ ਪੇਸ਼ੈਂਟ ਦੀ ਗ੍ਰੈਵਿਟੀ ਆਫ ਦਾ ਸਿਚੁਏਸ਼ਨ, ਕਿ ਪੇਸ਼ੈਂਟ ਕਿੰਨਾ ਕੁ ਸੀਰੀਅਸ ਹੈ ਜੀ, ਉਹਦੇ ਹਿਸਾਬ ਨਾਲ L1 L2 L3 ਜਿਹੜੀਆਂ ਫੈਸਿਲਿਟੀਜ਼ ਬੈੱਡ ਫੈਸਿਲਿਟੀ ਜਿਹੜੀਆਂ ਉਹ ਰੱਖੀਆਂ ਜਾਂਦੀਆਂ। ਸਰਕਾਰੀ ਔਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹਦਾ ਇੰਤਜ਼ਾਮ ਬਕਾਇਦਾ ਸਾਡੇ ਕੋਲ ਹੈ। ਇਹਦੇ ਵਿੱਚ ਕਿਉਂਕਿ ਜਿਹੜੀ ਬਿਮਾਰੀ ਹੈਗੀ ਹੈ ਕੋਵਿਡ-19 ਸਾਨੂੰ ਪਤਾ ਹੈ ਬੇਸਿਕਲੀ ਸਾਡੇ ਰੈਸਪੀਰੇਸ਼ਨ ਸਿਸਟਮ ਦੇ ਉੱਪਰ ਅਟੈਕ ਕਰਦੀ ਹੈ। ਰੈਸਪੀਰੇਸ਼ਨ ਸਿਸਟਮ ਦੇ ਵਿੱਚ ਮੇਨ ਸਾਡਾ ਆ ਜਾਂਦਾ ਸਾਹ ਪ੍ਰਣਾਲੀ ਜਿਹੜੀ ਹੈ, ਉਹਦੇ ਵਿੱਚ ਫੇਫੜੇ ਜਿਹੜੇ ਸਾਡੇ ਲੰਗਸ ਹੈਗੇ ਆ ਉਹ ਮੇਨ ਰੋਲ ਪਲੇ ਕਰਦੇ ਆ। ਜਦੋਂ ਵਾਇਰਸ ਸਾਡੇ ਲੰਗਸ ਤੱਕ ਚਲਾ ਜਾਂਦਾ ਤੇ ਉਹਦੇ ਨਾਲ ਸਾਡੀ ਜਿਹੜੀ ਆਕਸੀਜਨੇਸ਼ਨ ਹੈਗੀ ਹੈ ਬਲੱਡ ਦੀ ਉਹ ਘਟਦੀ ਹੈ, ਜਿਹਦੇ ਨਾਲ ਸਾਡੇ ਸਰੀਰ ਦੀ ਫੰਕਸ਼ਨਿੰਗ ਜਿਹੜੀ ਹੈ ਹੌਲੀ ਹੌਲੀ ਕਰਕੇ ਡਿਕੇ ਹੋ ਜਾਂਦੀ ਹੈ। ਇਹਦੇ ਵਿੱਚ ਆਕਸੀਜਨ ਦੇ ਵਿੱਚ ਦੋ ਕਿਸਮ ਦਾ ਹੁੰਦਾ ਹੈ, ਇੱਕ ਤੇ ਹੁੰਦਾ 에ਅਰ ਸੈਪਰੇਸ਼ਨ ਯੂਨਿਟ ਜੀ, ASU ਯੂਨਿਟ ਕਹਿੰਦੇ ਆ, ਦੂਸਰਾ ਹੁੰਦਾ ਹੈ LMO ਯੂਨਿਟ। LMO ਮੀਨਸ ਲਿਕੁਇਡ ਮੈਡੀਕਲ ਆਕਸੀਜਨ ਜੀ। ਸੋ ਜਿਹੜੇ ASU ਯੂਨਿਟ ਸੀਗੇ ਉਹ ਤਾਂ ਲਗਾਤਾਰ ਸਾਡੇ ਵਧੀਆ ਚੱਲ ਰਹੇ ਸੀ। ਜਿਹੜੀ ਲਿਕੁਇਡ ਮੈਡੀਕਲ ਆਕਸੀਜਨ ਸੀਗੀ ਉਹਦੀ ਸਾਨੂੰ ਸ਼ੁਰੂ ਦੇ ਵਿੱਚ ਥੋੜੀ ਸ਼ਾਰਟੇਜ ਆਈ ਸੀਗੀ। ਸੋ ਉਹ ਸਾਡੇ ਕੋਲ ਹੁਣ ਸਫੀਸ਼ੀਐਂਟ ਨੰਬਰ ਦੇ ਵਿੱਚ ਸਾਡੇ ਕੋਲ ਹੈਗੀ, ਸਫੀਸ਼ੀਐਂਟ ਕੁਆਂਟੀਟੀ ਸਾਡੇ ਕੋਲ ਆ ਰਹੀ ਹੈ। ਸਾਡੇ ਈਵਨ ਇੱਕ PCS ਅਫਸਰ ਲੈਵਲ ਦੇ ਅਫਸਰ ਜਿਹੜੇ ਹੈਗੇ ਆ ਬੋਕਾਰੋ ਸਟੀਲ ਪਲਾਂਟ ਦੇ ਉੱਤੇ ਬੈਠੇ ਹੋਏ ਆ, ਜਿੱਥੋਂ ਸਾਨੂੰ ਪੂਰੇ ਸਟੇਟ ਨੂੰ ਸਪਲਾਈ ਆ ਰਹੀ ਹੈ, ਉਹ ਰੈਗੂਲੇਟ ਕਰਵਾ ਰਹੇ ਹੋ। ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਨੂੰ ਹੁਣ LMO ਜਿਹੜੀ ਆਕਸੀਜਨ ਹੈਗੀ ਉਹ ਆ ਰਹੀ ਹੈ, ਤੇ ASU ਤੇ LMO ਦੋਨੇ ਯੂਨਿਟ ਮਿਲਾ ਕੇ ਇਸ ਟਾਈਮ ਅਸੀਂ ਮੋਰ ਦੈਨ ਸਫੀਸ਼ੀਐਂਟ ਹੈਗੇ ਆ ਆਪਣੇ। ਈਵਨ ਜੇ ਜਲੰਧਰ ਦੀ ਅਸੀਂ ਗੱਲ ਕਰੀਏ ਤਾਂ, ਔਰ ਓਵਰਆਲ ਪੰਜਾਬ ਦੇ ਵਿੱਚ ਵੀ ਸਾਨੂੰ ਇਸ ਟਾਈਮ ਆਕਸੀਜਨ ਦੀ ਕਿਸੇ ਪਾਸੇ ਵੀ ਕਿੱਲਤ ਨਹੀਂ ਹੈ। ਅਸੀਂ ਸੈਲਫ ਰਿਲਾਇੰਟ ਹੈਗੇ ਆ ਔਰ ਈਵਨ ਦੂਸਰਿਆਂ ਦੀ ਵੀ ਅਸੀਂ ਹੈਲਪ ਕਰ ਰਹੇ ਹਾਂ ਜੀ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਕਿ ਆਮ ਧਾਰਨਾ ਕਿ ਕੋਵਿਡ ਜਿਹੜਾ ਹੈ ਮੈਨੂੰ ਨਹੀਂ ਹੋ ਸਕਦਾ, ਸ਼ਾਇਦ ਇੱਕ ਇਹ ਜਿਹੜੀ ਗਲਤ ਫਹਿਮੀ ਜਿਹੜੀ ਇਨਸਾਨ ਦੇ ਕੋਲ ਹੈ ਨਾ, ਇਸ ਤੋਂ ਬਚਣ ਦੀ ਲੋੜ ਆ। ਸੋ ਇਹ ਕਿੰਨਾ ਕੁ ਘਾਤਕ ਹੈ, ਕਿਉਂਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਲਾਪਰਵਾਹ ਹੋ ਜਾਂਦੇ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਹਾਂ ਬਿਲਕੁਲ ਸੰਜੀਵ ਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਪਹਿਲੀ ਲਹਿਰ ਆਈ ਤੇ ਸਾਡੇ ਦੇਸ਼ ਦੇ ਵਿੱਚ ਬਹੁਤ ਘੱਟ ਇੰਪੈਕਟ ਆਇਆ ਜੀ, ਕਿਉਂਕਿ ਉਹਦਾ ਕਾਰਨ ਸੀ ਸਾਡੀਆਂ ਜੜੀ ਬੂਟੀਆਂ ਖਾਣੀਆਂ ਜਾਂ ਸਾਡੇ ਖਾਣ ਪਾਣ ਕਰਕੇ। ਤਾਂ ਉਹਨਾਂ ਚੀਜ਼ਾਂ ਨਾਲ ਸਾਡੇ ਇੱਕ ਲੋਕਾਂ ਦੇ ਵਿੱਚ ਇਹ ਕੌਨਫੀਡੈਂਸ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਕਿ ਲਈ ਯਾਰ ਮੈਨੂੰ ਤਾਂ ਕੁਝ ਵੀ ਨਹੀਂ ਹੋਣਾ। ਬਟ ਹੌਲੀ ਜਿਹੜੀ ਸੈਕਿੰਡ, ਜਿੱਦਾਂ ਕਿ ਸਰ ਨੇ ਦੱਸਿਆ ਕਿ ਸੈਕਿੰਡ ਲੇਅਰ ਉਸ ਤੋਂ ਵੀ ਜ਼ਿਆਦਾ ਘਾਤਕ ਜਿਹੜੀ ਆ ਸਾਡੇ ਦੇਸ਼ ਦੇ ਵਿੱਚ ਆਈ, ਤੇ ਉਹਦੇ ਕਰਕੇ ਮੈਕਸੀਮਮ ਪੀਪਲ ਤੁਸੀਂ ਦੇਖੋਗੇ ਇਸ ਟਾਈਮ ਜਿਹੜੇ ਕਿ ਉਸ ਪ੍ਰੋਬਲਮ ਨੂੰ ਝੇਲਦੇ ਪਏ ਆ, ਚਾਹੇ ਉਹ ਆਕਸੀਜਨ ਦੀ ਪ੍ਰੋਬਲਮ ਆ, ਚਾਹੇ ਉਹ ਹਾਰਟ ਦੀ ਪ੍ਰੋਬਲਮ ਆ ਰਹੀ ਆ, ਜਾਂ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਆਕਸੀਜਨ ਦੀ ਕਮੀ ਆਈ ਜਾਂ ਪੇਸ਼ੈਂਟ ਸਾਡੇ ਵਧੇ ਆ, ਉਹ ਉਹਨਾਂ ਦੇ ਵਿੱਚ ਸਿਰਫ ਇਹੀ ਲਾਪਰਵਾਹੀ ਵਧਣ ਦੇ ਕਾਰਨ ਹੀ ਹੋਇਆ, ਕਿਉਂਕਿ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ, ਮਾਸਕ ਪਾਉਣਾ ਬੰਦ ਕਰ ਦਿੱਤਾ। ਫਿਰ ਦੇਖਿਆ ਵੀ ਸਾਡੇ ਦੇਸ਼ ਦੇ ਵਿੱਚ ਤਾਂ ਇੰਪੈਕਟ ਹੀ ਸਿਰਫ 1 ਜਾਂ 2% ਦਾ, ਤੇ ਇਹ ਡਾਟਿਆਂ ਨੂੰ ਦੇਖਦੇ ਹੋਏ ਲੋਕਾਂ ਨੇ ਇਹਦੇ ਉੱਤੇ ਧਿਆਨ ਦੇਣਾ ਬੰਦ ਕਰ ਦਿੱਤਾ, ਤੇ ਅੱਜ ਉਹਦਾ ਖਮਿਆਜ਼ਾ ਅਸੀਂ ਲੋਕ ਸਾਰੇ ਭੁਗਤ ਰਹੇ ਹਾਂ। ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਧਿਆਨ ਦੇਵਾਂਗੇ ਤੇ ਨੈਚੁਰਲੀ ਇਸ ਘਾਤਕ ਬਿਮਾਰੀ ਨੂੰ ਅਸੀਂ ਬਹੁਤ ਜਲਦੀ ਆਪਣੇ ਦੇਸ਼ ਚੋਂ ਬਾਹਰ ਕੱਢ ਸਕਦੇ ਹਾਂ। ਸਰ, ਮੈਂ ਤੁਹਾਡੇ ਕੋਲੋਂ ਕਿ ਸਰਕਾਰ ਨੇ ਬਹੁਤ ਸਾਰੇ ਕੰਟੇਨਮੈਂਟ ਜ਼ੋਨ ਬਣਾਏ ਹੋਏ ਆ, ਕਈ ਪਿੰਡਾਂ ਦੇ ਵਿੱਚ ਇਹ ਬਿਮਾਰੀ ਵਿਆਪਕ ਫੈਲ ਗਈ। ਸੋ ਉੱਥੇ ਤੁਸੀਂ ਕਿਸ ਤਰੀਕੇ ਦੇ ਨਾਲ ਚੈੱਕ ਜਿਹੜਾ ਹੈ ਉਹ ਰੱਖਦੇ ਹੋ ਤਾਂ ਕਿ ਉਹਨਾਂ ਦੀ ਮੂਵਮੈਂਟ ਜਿਹੜੀ ਹੈ ਉਸ ਨੂੰ ਦੇਖਿਆ ਜਾ ਸਕੇ? ਸੋ ਉਹਦੇ ਬਾਰੇ ਕੁਝ ਖਾਸ?
ਬਿਲਕੁਲ ਸੰਜੀਵ ਜੀ, ਅਸੀਂ ਦੇਖਿਆ ਹੋਊਗਾ ਕਿ ਜਿਹੜਾ ਪਿਛਲੇ ਫਸਟ ਜਿਹੜੀ ਇਹਦੀ ਵੇਵ ਸੀਗੀ ਉਹਦਾ ਜ਼ਿਆਦਾ ਇੰਪੈਕਟ ਜਿਹੜਾ ਸੀਗਾ ਅਰਬਨ ਏਰੀਆਜ਼ ਵਿੱਚ ਸੀ। ਲੇਕਿਨ ਅਨਫੋਰਚੂਨੇਟਲੀ ਹੁਣ ਜਿਹੜੀ ਸੈਕੰਡ ਵੇਵ ਆਈ ਹੈ ਇਹ ਹੌਲੀ ਹੌਲੀ ਹੁਣ ਰੂਰਲ ਏਰੀਆਜ਼ ਵਿੱਚ ਜਿਹੜਾ ਹੈ, ਸਬ ਅਰਬਨ ਹੈ ਔਰ ਰੂਰਲ ਏਰੀਆਜ਼ ਵਿੱਚ ਇਹਦਾ ਇੰਪੈਕਟ ਬਹੁਤ ਜ਼ਿਆਦਾ ਹੋ ਗਿਆ। ਸੋ ਈਵਨ ਕਪਲ ਡੇਜ਼ ਬੈਕ ਮਾਨਯੋਗ ਸੀਐਮ ਸਾਹਿਬ ਨੇ ਇੱਕ ਪ੍ਰੋਗਰਾਮ ਵੀ ਕੀਤਾ ਥਰੂ ਵੈਬੀਨਾਰ, ਉਹਨਾਂ ਨੇ ਹਰ ਇੱਕ ਦੇ ਨਾਲ ਕੰਟੈਕਟ ਕੀਤਾ ਸਾਰੇ ਸਟੇਟ ਦੇ ਵਿੱਚ ਉਹਨਾਂ ਨੇ, ਤੇ ਈਵਨ ਕੱਲ ਆਈ ਥਿੰਕ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਤੇ ਜ਼ੋਰ ਦਿੱਤਾ ਹੈਗਾ ਕਿ ਰੂਰਲ ਏਰੀਆ ਦੇ ਵਿੱਚ ਜਿੰਨੀ ਜ਼ਿਆਦਾ ਇਹ ਫੈਲ ਰਹੀ ਹੈ ਉਹਨੂੰ ਕੰਟਰੋਲ ਕੀਤਾ ਜਾਵੇ। ਉਹਦੇ ਵਿੱਚ ਪਿੰਡਾਂ ਦੇ ਵਿੱਚ ਈਵਨ ਠੀਕਰੀ ਪਹਿਰੇ ਲਾਉਣ ਦਾ ਵੀ ਆਦੇਸ਼ ਹੋਏ ਆ ਔਰ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲੱਗ ਰਹੇ ਆ ਔਰ ਪ੍ਰਸ਼ਾਸਨ ਜਿਹੜਾ ਆ ਉਹਨਾਂ ਨੂੰ ਰੈਗੂਲੇਟ ਕਰ ਰਿਹਾ, ਸਾਡਾ ਰੂਰਲ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਨੂੰ ਕੋਆਰਡੀਨੇਟ ਕਰ ਰਿਹਾ। ਅਗੇਨ ਉਹਦਾ ਪਰਪਸ ਸਾਰਾ ਇਹੀ ਹੈਗਾ ਕਿ ਜਿਹੜੇ ਲੋਕ ਉਸ ਪਿੰਡ ਦੇ ਵਿੱਚ ਹੈਗੇ ਆ ਤਾਂ ਉਹ ਪਿੰਡੋਂ ਬਾਹਰ ਨਾ ਨਿਕਲਣ। ਸਪੈਸ਼ਲੀ ਜਿਹੜੇ ਅਫੈਕਟਡ ਪਰਿਵਾਰ ਹੈਗੇ ਆ ਉਹਨਾਂ ਨੂੰ ਲੋਕ ਖੁਦ ਆਪਣੇ ਆਪ ਨੂੰ ਰੈਗੂਲੇਟ ਕਰਨ ਔਰ ਉਹਨਾਂ ਨੂੰ ਕੋਸ਼ਿਸ਼ ਹੈ ਉਹਨਾਂ ਦੀ ਕਿ ਹੋਮ ਆਈਸੋਲੇਸ਼ਨ 'ਚ ਜੇ ਹੈਗੇ ਆ ਤੇ ਹੋਮ ਆਈਸੋਲੇਸ਼ਨ 'ਚ ਰਹਿਣ, ਕਿਉਂਕਿ ਸਰਕਾਰ ਦੇਖੋ ਸਰਕਾਰ ਲੋਕਾਂ ਦੀ ਹੈਲਪ ਵਾਸਤੇ ਹੈਗੀ ਹੈ, ਲੇਕਿਨ ਜਦ ਤੱਕ ਅਸੀਂ ਖੁਦ ਆਪਣੇ ਆਪ ਨੂੰ ਰੈਗੂਲੇਟ ਨਹੀਂ ਕਰਦੇ, ਜਦ ਤੱਕ ਅਸੀਂ ਖੁਦ ਜ਼ਿੰਮੇਵਾਰ ਨਹੀਂ ਬਣਦੇ, ਉਦੋਂ ਤੱਕ ਇਹਨਾਂ ਦੇ ਵਿੱਚ ਕਾਮਯਾਬ ਹੋਣਾ ਮੁਸ਼ਕਿਲ ਹੁੰਦਾ। ਸੋ ਜਿਹੜਾ ਰੂਰਲ ਇੰਪੈਕਟ ਦੇਖ ਕੇ ਰੂਰਲ ਪਲੈਨਿੰਗ ਕੀਤੀ ਗਈ ਹੈਗੀ ਹੈ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣੀ, ਉਹਨਾਂ ਨੂੰ ਕੁਆਰੰਟਾਈਨ ਕਰਕੇ ਰੱਖਣਾ, ਆਈਸੋਲੇਸ਼ਨ ਦੇ ਵਿੱਚ ਰੱਖਣਾ ਤਾਂ ਕਿ ਫੈਲ ਨਾ ਸਕੇ। ਉਹਦੇ ਵਾਸਤੇ ਜਿਹੜਾ ਹੈ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਆਪ ਵੀ ਜਾਗਰੂਕ ਹੋਣਾ ਪਏਗਾ। ਸਰਕਾਰ ਤੋਂ ਇਹਦੇ ਵਿੱਚ ਕਰ ਹੀ ਰਹੀ ਹੈ। ਡਾਕਟਰ ਸਾਹਿਬ ਕਿ ਚੂੰਕਿ ਆਦਮੀ ਸਮਾਜਿਕ ਪ੍ਰਾਣੀ ਹੈ ਔਰ ਸਾਡੇ ਵਿਆਹ ਸ਼ਾਦੀਆਂ ਇਹੋ ਜਿਹੇ ਕਈ ਰਸਮੋ ਰਿਵਾਜ ਹੁੰਦੇ ਜਿਹਦੇ ਵਿੱਚ ਅਸੀਂ ਆਪਣੀਆਂ ਫੈਮਲੀਆਂ ਨੂੰ ਇਕੱਠ ਕਰਦੇ, ਲੇਕਿਨ ਸਰਕਾਰ ਨੇ ਬਹੁਤ ਸੰਜੀਦਗੀ ਦੇ ਨਾਲ ਲੋਕਾਂ ਨੂੰ ਤਾੜਨਾ ਕੀਤੀ ਕਿ ਤੁਸੀਂ ਲਿਮਿਟਡ ਨੰਬਰ ਜਿਹੜੇ ਹੈ 5 ਜਾਂ 10 ਜਿਹੜੇ ਇਕੱਠੇ ਕਰਨੇ, ਲੇਕਿਨ ਕਿਤੇ ਨਾ ਕਿਤੇ ਜਿਹੜੇ ਇਕੱਠ ਹੈ ਅੱਜ ਵੀ ਅਸੀਂ ਦੇਖਦੇ ਹਾਂ ਕਿ ਭੀੜ ਜਿਹੜੀ ਉਹ 'ਚ ਇਕੱਠੀ ਕੀਤੀ ਜਾਂਦੀ। ਸੋ ਕਿੰਨਾ ਘਾਤਕ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਔਰ ਕਿਸ ਤਰੀਕੇ ਨਾਲ ਸਰਕਾਰ ਦਾ ਸਹਿਯੋਗ ਹੋ ਸਕਦਾ? ਬਿਲਕੁਲ ਸੰਜੀਵ, ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਕਰਕੇ ਹਟੇ ਆ ਕਿ ਅਲਟੀਮੇਟ ਜਿਹੜਾ ਆਹ ਨੰਬਰ ਆਫ ਡਾਟਾ ਸਾਡੇ ਵਧਿਆ ਸਾਡੇ ਦੇਸ਼ ਦੇ ਵਿੱਚ, ਉਹਦਾ ਸਭ ਤੋਂ ਵੱਡਾ ਕਾਰਨ ਸੀ ਸਾਡੀ ਲਾਪਰਵਾਹੀ। ਜੇ ਸਾਨੂੰ ਗਵਰਨਮੈਂਟ ਦੀਆਂ ਗਾਈਡਲਾਈਨਸ ਤੇ ਆਪਾਂ ਚੱਲਦੇ ਆ ਤੇ ਜੇ ਉਹਨਾਂ ਨੇ ਸਾਨੂੰ ਕਿਹਾ ਵੀ 10 ਤੋਂ 20 ਬੰਦੇ ਹੀ ਅਲਾਉਡ ਹੈਗੇ ਆ ਤੇ ਆਪਾਂ ਲੋਕ ਸਮਝਦੇ ਨਹੀਂ ਜੀ ਇਹ ਸਾਡੇ ਤਾਂ ਵਿਆਹ ਘਰ ਦੇ ਵਿੱਚ ਰੱਖਿਆ ਹੋਇਆ, ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕ ਉੱਥੇ ਗੈਦਰਿੰਗ ਇਕੱਠੇ ਕਰਦੇ, ਫਿਰ ਉੱਥੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਐਕਟ ਨੂੰ ਪਾਲਣਾ ਨਹੀਂ ਕੀਤੀ ਜਾਂਦੀ, ਕੋਈ ਗਾਈਡਲਾਈਨਸ ਨੂੰ ਪਾਲਣਾ ਨਹੀਂ ਕੀਤੀ ਜਾਂਦੀ, ਚਾਹੇ ਉਹ ਸੋਸ਼ਲ ਡਿਸਟੈਂਸਿੰਗ ਹੋ, ਚਾਹੇ ਉਹ ਮਾਸਕ ਦੀ ਹੋਵੇ। ਤੇ ਇਹਨਾਂ ਚੀਜ਼ਾਂ ਨੂੰ ਬੇਪਰਵਾਹ ਹੋਣ ਕਰਕੇ ਹੀ ਅੱਜ ਜਿਹੜੇ ਸਾਡੇ ਰੂਰਲ ਏਰੀਆ ਦੇ ਵਿੱਚ ਵੀ ਜਦੋਂ ਮੈਂ ਦੇਖਿਆ ਕਿ ਸਾਡੇ ਅਰਬਨ ਏਰੀਆ ਦੇ ਵਿੱਚ ਲੋਕਾਂ ਨੂੰ ਜਦੋਂ ਪੂਰੀ ਜਾਗਰੂਕਤਾ ਹੋਈ, ਪਹਿਲਾਂ ਤਾਂ ਲੋਕ ਵੈਕਸੀਨੇਸ਼ਨ ਲਗਾਉਣ ਲਈ ਨਹੀਂ ਜਾ ਰਹੇ ਸੀ ਤੇ ਜਿੱਦਾਂ ਜਿੱਦਾਂ ਲੋਕਾਂ ਨੂੰ ਜਾਗਰੂਕਤਾ ਹੋਈ ਤੇ ਲੋਕਾਂ ਨੇ ਅਰਬਨ ਸਿਟੀ ਦੇ ਵਿੱਚ ਲੋਕਾਂ ਨੇ ਵੈਕਸੀਨੇਸ਼ਨ ਵੱਲ ਸ਼ੁਰੂ ਹੋਏ ਤੇ ਪਿੰਡਾਂ ਵਾਲਿਆਂ ਨੇ ਕਹਿਣਾ ਸ਼ੁਰੂ ਕਰਤਾ ਨਹੀਂ ਅਸੀਂ ਤਾਂ ਪਿੰਡਾਂ ਦਾ ਘੇ ਖੜਖਾਨੇ ਸਾਨੂੰ ਕੀ ਲੋਨ ਹੋਣ ਲੱਗਾ। ਪਰ ਜਦੋਂ ਹੁਣ ਪਿੰਡਾਂ ਦੇ ਨੰਬਰ ਵਧਣੇ ਸ਼ੁਰੂ ਹੋਏ ਆ ਤੇ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਪ੍ਰਭਾਵ ਬਹੁਤ ਵੱਡਾ, ਕਿਉਂਕਿ ਉੱਥੇ ਲਗਾਤਾਰ ਉੱਦਾਂ ਹੀ ਵਿਆਹ ਸ਼ਾਦੀਆਂ ਜਾਂ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ, ਕਿਉਂਕਿ ਇੰਨੇ ਡੀਪ ਲੈਵਲ ਦੇ ਉੱਤੇ ਸਰਕਾਰ ਵੀ ਕੰਮ ਨਹੀਂ ਕਰ ਸਕਦੀ। ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਆਪਣੇ ਸਮਾਜ ਦੇ ਪ੍ਰਤੀ ਜ਼ਿੰਮੇਵਾਰ ਹੋਣਾ ਪਏਗਾ ਇਹਨਾਂ ਚੀਜ਼ਾਂ ਨੂੰ ਲੈ ਕੇ। ਮੈਂ ਸਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਸ ਮਹਾਮਾਰੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੇਂ ਸਿਰੇ ਤੋਂ ਡਿਫਾਈਨ ਹੋਈਆਂ, ਖਾਸ ਕਰਕੇ ਸਾਡੀ ਪਰਿਵਾਰ ਦੀ ਜਿਹੜੀ ਵੈਲਿਊ ਹੈ, ਫੈਮਿਲੀ ਵੈਲਿਊ ਜਿਹੜੀ ਹੈ ਇਹ ਵੀ ਰੀਡਿਫਾਈਨਡ ਹੋਈ ਹੈ। ਸੋ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਉਂਕਿ ਅਸੀਂ ਹੁਣ ਪਰਿਵਾਰਾਂ ਨੂੰ ਸਮਾਂ ਕਿਤੇ ਨਾ ਕਿਤੇ ਦੇ ਰਹੇ ਹਾਂ। ਸੰਜੀਵ ਜੀ ਕਹਿੰਦੇ ਹੁੰਦੇ ਆ ਜਦੋਂ ਵੀ ਕੋਈ ਬੁਰੀ ਚੀਜ਼ ਆਉਂਦੀ ਉਹਦੇ ਨਾਲ ਕੁਛ ਨਾ ਕੁਛ ਨਵੀਆਂ ਚੀਜ਼ਾਂ ਜਾਂ ਚੰਗੀਆਂ ਚੀਜ਼ਾਂ ਵੀ ਨਾਲ ਉੱਭਰ ਕੇ ਆਉਂਦੀਆਂ। ਸੋ ਇਹਦੇ ਵਿੱਚ ਮੈਕਸਿਮਮ ਲੋਕਾਂ ਨੂੰ ਆਪਣੇ ਪਰਿਵਾਰ ਦੇ ਰਹਿਣ ਦੇ ਨਾਲ ਮੌਕਾ ਮਿਲਿਆ ਔਰ ਹੈਲਥ ਨੂੰ ਖਾਸ ਕਰ ਮੈਂ ਕਹਾਂਗਾ ਕਿ ਚਾਹੇ ਕਰੋਨਾ ਆਇਆ ਪਰ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਿਹੜਾ 1 ਸਾਲ ਇਹ ਸੀਗਾ ਇਹ ਹੈਲਥ ਕੇਅਰ ਵਾਸਤੇ ਬਹੁਤ ਵਧੀਆ ਸਾਲ ਨਿਕਲਿਆ। ਲੋਕਾਂ ਨੇ ਫਾਸਟ ਫੂਡ ਨੂੰ ਛੱਡ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਘਰੇਲੂ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ, ਕੁਕਿੰਗ ਦਾ ਬਹੁਤ ਜ਼ਿਆਦਾ ਲੋਕਾਂ ਨੇ ਸ਼ੌਂਕ ਸ਼ੁਰੂ ਕੀਤਾ ਔਰ ਘਰਾਂ ਵਿੱਚ ਚੀਜ਼ਾਂ ਬਣਾਉਣਾ ਸ਼ੁਰੂ ਕੀਤੀਆਂ। ਇਹ ਕਿਤੇ ਨਾ ਕਿਤੇ ਸਾਡੇ ਦੇਸ਼ ਵਾਸਤੇ ਦੁਬਾਰਾ ਪੁਰਾਤਨ ਸਮੇਂ ਵੱਲ ਲੈ ਕੇ ਜਾਣ ਦਾ ਇਹ ਹੈਗਾ ਤੇ ਇਸ ਕਰਕੇ ਇਹਨਾਂ ਸਾਡੀ ਹੈਲਥ ਵੀ ਇੰਪਰੂਵ ਹੋਏਗੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਪਾਂ ਗੱਲ ਕਰ ਰਹੇ ਪਏ ਸੀ ਪਰਿਵਾਰਕ ਸਾਂਝ, ਕਿਉਂਕਿ ਅੱਜ ਕਿਸੇ ਨਾ ਕਿਸੇ ਅਸੀਂ ਆਪਣੇ ਕੰਮਾਂ ਕਾਜਾਂ 'ਚ ਇੰਨੇ ਬਿਜ਼ੀ ਹੋ ਚੁੱਕੇ ਹਾਂ, ਸਾਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈਗਾ, ਸਾਨੂੰ ਆਪਣੀ ਵਾਈਫ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈਗਾ। ਸੋ ਇਹ ਘਰ ਵਿੱਚ ਰਹਿ ਕੇ ਲਾਕਡਾਊਨ ਹੋ ਕੇ ਤੇ ਮੈਂ ਕਹਾਂਗਾ ਦੁਬਾਰਾ ਪਿਆਰ ਬਣੇ ਹੋਣਗੇ ਤੇ ਦੁਬਾਰਾ ਅੱਛੀ ਇੱਕ ਫੈਮਿਲੀ ਉੱਭਰੀ ਹੋਏਗੀ ਤੇ ਇਹ ਬਹੁਤ ਵੱਡਾ ਸਾਡੇ ਲਈ ਪਲੱਸ ਪੁਆਇੰਟ ਰਿਹਾ। ਸੋ ਕਿਤੇ ਨਾ ਕਿਤੇ ਅਸੀਂ ਪਰਿਵਾਰਕ ਰਿਸ਼ਤੇ ਜਿਹੜੇ ਹੈ ਉਹਨਾਂ ਬੱਚਿਆਂ ਨੂੰ ਸਮਾਂ ਦੇਣਾ, ਸੋ ਇਹ ਬਹੁਤ ਕੁਆਲਿਟੀ ਟਾਈਮ ਜਿਹੜਾ ਸਾਨੂੰ ਕਿਤੇ ਨਾ ਕਿਤੇ ਰਿਸ਼ਤਿਆਂ ਵਿੱਚ ਸਮਝਣ ਨੂੰ ਮਿਲਦਾ। ਸੋ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂਦੇ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਕਰੋਨਾ ਵਰਗੀ ਮਹਾਮਾਰੀ ਦੇ ਨਾਲ ਅਸੀਂ ਲੜਾਈ ਕਰਕੇ ਇਸ ਨੂੰ ਹਟਾ ਸਕੀਏ? ਦੇਖੋ ਜੀ ਮੈਂ ਸਾਰੀ ਇਸੇ ਹੀ ਗੱਲ ਕਹਾਂਗਾ, ਇਸ ਪੂਰੇ ਮੁੱਦੇ ਦੇ ਉੱਤੇ ਸਾਨੂੰ ਆਪਾਂ ਨਿਕਲਦੇ ਹਾਂ ਕਿ ਸਾਨੂੰ ਆਪਣੀ ਇਮਿਊਨਿਟੀ ਉੱਤੇ ਆਪਣੀ ਹੈਲਥ ਦੇ ਉੱਤੇ ਪੂਰਾ ਬਹੁਤ ਧਿਆਨ ਦੇਣਾ ਚਾਹੀਦਾ
ਔਰ ਮੈਂ ਇਹ ਕਹਾਂਗਾ ਕਿ ਕਰੋਨਾ ਨੇ ਸਾਨੂੰ ਦੋ ਚੀਜ਼ਾਂ ਜ਼ਰੂਰ ਸਿਖਾਤੀਆਂ, ਇੱਕ ਤਾਂ ਆਪਣੀ ਸਿਹਤ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ, ਤੇ ਦੂਜੀ ਆਪਣੀ ਜਿਹੜੀ ਸਾਂਝ ਖਤਮ ਹੁੰਦੀ ਜਾ ਰਹੀ ਸੀ, ਪਰਿਵਾਰਿਕ ਸਾਂਝ, ਉਹਨਾਂ ਨੂੰ ਦੁਬਾਰਾ ਮੁੜ ਬਣਾਉਣਾ ਚਾਹੀਦਾ। ਇਹ ਦੋ ਚੀਜ਼ਾਂ ਸਾਨੂੰ ਆਪਣੇ ਲੜ ਬੰਨ੍ਹ ਲੈਣੀਆਂ ਚਾਹੀਦੀਆਂ, ਜਿਹੜੀਆਂ ਸਾਨੂੰ ਫਿਊਚਰ ਦੇ ਵਿੱਚ ਆਪਣੇ ਦੇਸ਼ ਵਾਸਤੇ ਔਰ ਫੈਮਿਲੀ ਵਾਸਤੇ ਬਹੁਤ ਕੰਮ ਦੀਆਂ ਆਉਣਗੀਆਂ ਜੀ। ਸੋ ਜਾਂਦੇ ਜਾਂਦੇ ਤੁਸੀਂ ਸਰ ਕੀ ਮੈਸੇਜ ਦੇਣਾ ਚਾਹੋਗੇ? ਬਿਲਕੁਲ ਸੰਜੀਵ ਜੀ, ਮੈਂ ਇਹੀ ਆਪਣੇ ਦਰਸ਼ਕਾਂ ਨੂੰ ਕਹਾਂਗਾ ਕਿ ਇਹ ਜਿਹੜੀ ਬਿਮਾਰੀ ਪੈਂਡੈਮਿਕ ਹੈਗੀ ਹੈ, ਇਹਦੇ ਉੱਤੇ ਕਾਬੂ ਪਾਉਣ ਵਾਸਤੇ ਸਾਨੂੰ ਸ਼ਾਰਟ ਟਰਮ ਤੇ ਲੌਂਗ ਟਰਮ ਜੀ ਦੋ ਤਰੀਕਿਆਂ ਨਾਲ ਸਾਨੂੰ ਸਟ੍ਰੈਟਜੀ ਆਪਣੀ ਬਣਾਉਣੀ ਪਊਗੀ। ਇਮੀਡੀਏਟਲੀ ਸ਼ਾਰਟ ਟਰਮ ਦੇ ਵਿੱਚ ਸਾਨੂੰ ਜਿਹੜੀਆਂ ਗਾਈਡਲਾਈਨਸ ਹੈਗੀਆਂ ਕਰੋਨਾ ਦੇ ਨੂੰ ਫਾਈਟ ਕਰਨ ਵਾਸਤੇ, ਉਹਨਾਂ ਨੂੰ ਸਾਨੂੰ ਬਿਲਕੁਲ ਮੈਟੀਕੂਲਸਲੀ ਉਸ ਜਿਸ ਤਰ੍ਹਾਂ ਦੱਸਿਆ ਗਿਆ ਉਸ ਤਰ੍ਹਾਂ ਉਹਨਾਂ ਨੂੰ ਫੋਲੋ ਕਰਨਾ ਪਏਗਾ। ਜੀ ਉਹਦੇ ਵਿੱਚ ਜਿੱਦਾਂ ਬੇਸਿਕ ਚੀਜ਼ ਸਾਡੀ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਸੋਸ਼ਲ ਡਿਸਟੈਂਸਿੰਗ, ਜੀ ਕਿ ਇੱਕ ਦੂਜੇ ਦਾ ਅਸੀਂ ਫਿਜ਼ੀਕਲੀ ਗੈਪ ਰੱਖਣਾ ਹੈ, 2 ਫੁੱਟ 2 ਗਜ ਦੀ ਦੂਰੀ ਜਿਹੜੀ ਹੈ ਉਹਨੂੰ ਐਨਫੋਰਸ ਕਰੀਏ। ਦੂਸਰਾ ਇਹਦੇ 'ਚ ਹੈ ਕਿ ਮਾਸਕ ਲਗਾ ਕੇ ਰੱਖੀਏ। ਇਹ ਤਾਂ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਸਾਨੂੰ ਆਪਣੇ ਰੂਟੀਨ ਇੱਕ ਡਰੈਸਿੰਗ ਦਾ ਇੱਕ ਪਾਰਟ ਹੀ ਬਣ ਜਾਊਗਾ ਮਾਸਕ ਜਿਹੜਾ ਹੈ, ਸਾਨੂੰ ਮਾਸਕ ਜਿਹੜਾ ਉਹ ਲਗਾ ਕੇ ਰੱਖਣਾ ਪਊਗਾ। ਤੀਸਰਾ ਜਿਹੜਾ ਹੈ ਕਿ ਸਾਨੂੰ ਵਾਰ-ਵਾਰ ਆਪਣੇ ਹੱਥ ਧੋਣੇ ਜਾਂ ਸੈਨੀਟਾਈਜ਼ਰ ਨੂੰ ਯੂਜ਼ ਕਰਨਾ। ਇਹ ਤਿੰਨ ਜਿਹੜੀਆਂ ਸਾਡੀਆਂ ਬੇਸਿਕ ਚੀਜ਼ਾਂ ਹੈਗੀਆਂ। ਦੂਸਰਾ ਜਿੱਦਾਂ ਵੈਕਸੀਨੇਸ਼ਨ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਆਪਣੇ ਫਿਜ਼ੀਕਲ ਇਮਿਊਨਿਟੀ ਨੂੰ ਵਧਾਉਣ ਵਾਸਤੇ ਸਾਨੂੰ ਵੈਕਸੀਨੇਸ਼ਨ ਜਿਹੜਾ ਆਪਣਾ ਜ਼ਰੂਰ ਕਰਾਉਣਾ ਪਊਗਾ। ਹੁਣ ਕੋਈ ਕਹੂਗਾ ਕਿ ਸ਼ਾਰਟੇਜ ਵੀ ਆ ਰਹੀ ਹੈ, ਸ਼ਾਰਟੇਜ ਜਿਹੜੀ ਹੈਗੀ ਹੈ ਸ਼ਾਰਟ ਟਰਮ ਹੈਗੀ ਹੈ ਜੀ। ਸਾਡੇ ਕੋਲ ਸਫੀਸ਼ੀਐਂਟ ਗਿਣਤੀ ਦੇ ਵਿੱਚ ਵੈਕਸੀਨ ਜਿਹੜੇ ਪਹੁੰਚ ਰਹੇ ਆ। ਸੋ ਮੇਰੀ ਬੇਨਤੀ ਹੈਗੀ ਸਾਰੇ ਸ਼ਹਿਰੀਆਂ ਨੂੰ ਕਿ ਆਪਣੇ ਨੀਅਰੈਸਟ ਪਲੇਸ ਦੇ ਉੱਤੇ ਜਿੱਥੇ ਵੀ ਡਿਸਕ੍ਰਾਈਬਡ ਹੈਗੀ ਹੈ ਜੀ ਉੱਥੇ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਾਉਣ। ਸੋ ਇਸ ਨੋਟ ਦੇ ਉੱਤੇ ਕਿ ਅਸੀਂ ਦੂਰਗਾਮੀ ਔਰ ਸ਼ਾਰਟ ਟਰਮ ਦੋਨੇ ਸਾਨੂੰ ਸਟੈਪਸ ਲੈਣੇ ਪੈਣਗੇ, ਔਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਇਹ ਸਾਰੇ ਸਟੈਪਸ ਜਿਹੜੇ ਅਸੀਂ ਫੋਲੋ ਕਰਾਂਗੇ ਤਾਂ ਅਸੀਂ ਕਿਸੇ ਵੀ ਮਹਾਮਾਰੀ ਦਾ ਡਟ ਕੇ ਮੁਕਾਬਲਾ ਕਰ ਸਕਦੇ। ਆਸ ਕਰਦੇ ਹਾਂ ਸਾਡੇ ਦਰਸ਼ਕ ਇਸ ਪ੍ਰੋਗਰਾਮ ਤੋਂ ਭਰਪੂਰ ਜਾਣਕਾਰੀ ਲਾਭ ਉਠਾਉਣਗੇ ਔਰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਕਰੋਨਾ ਦੇ ਨਾਲ ਲੜਾਈ ਕਰਨ ਦੇ ਵਿੱਚ ਸਾਨੂੰ ਸਹਾਇਕ ਹੋਣਗੇ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।